ਕਿਸਾਨੀ ਸੰਘਰਸ਼ ਨੂੰ ਆਪਾਂ ਵੱਖ-ਵੱਖ ਨੁਕਤਿਆਂ ਤੋਂ ਵਿਚਾਰਦੇ ਹਾਂ। ਸਮਾਜਿਕ ਨੁਕਤੇ ਤੋਂ ਵੀ, ਰਾਜਨੀਤਿਕ ਨੁਕਤੇ ਤੋਂ ਵੀ, ਤੇ ਸਭ ਤੋਂ ਅਹਿਮ ਗੱਲ ਕਿ ਗੁਰਮਤਿ ਵਿਚਾਰਧਾਰਾ ਦੇ ਨੁਕਤੇ ਤੋਂ ਵੀ ਇਹਨੂੰ ਵਿਚਾਰਿਆ ਜਾ ਰਿਹਾ। ਬਹੁਤ ਸਾਰੇ ਸਵਾਲ ਪੈਦਾ ਹੁੰਦੇ ਨੇ। ਹੁਣ ਜਿਹੜੇ ਵਿਦਵਾਨ, ਜਿਹੜੇ ਖੋਜਕਾਰੀ ਉੱਥੇ ਪਹੁੰਚੇ ਦਿੱਲੀ ਧਰਨਿਆਂ ਤੇ, ਸਿੰਘੂ ਬਾਰਡਰ ਤੇ, ਹਰ ਇੱਕ ਨੇ ਇਸ ਨੂੰ ਆਪਣੇ ਆਪਣੇ ਐਂਗਲ ਤੋਂ ਵਿਚਾਰਿਆ, ਪਰਖਿਆ ਤੇ ਆਪਣੇ ਵਿਚਾਰ ਦਿੱਤੇ। ਕੁਝ ਨੇ ਕਿਹਾ ਕਿ ਇਹ ਆਰਥਿਕਤਾ ਦਾ ਇੱਕ ਮੁੱਦਾ ਸੀ ਬਹੁਤ ਵੱਡਾ, ਤੇ ਇਸ ਨੇ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ, ਕਿਰਤੀਆਂ ਨੂੰ, ਮਜ਼ਦੂਰਾਂ ਨੂੰ ਇੱਕ ਮੰਚ ਤੇ ਇਕੱਠਾ ਕਰ ਦਿੱਤਾ। ਇਹ ਜਿਹੜੀ ਆਰਥਿਕਤਾ ਹੁੰਦੀ ਹੈ, ਬਿਨਾਂ ਸ਼ੱਕ ਇਹ ਇੱਕ ਸਮਾਜ ਦਾ ਆਧਾਰ ਹੁੰਦੀ ਆ, ਮਨੁੱਖ ਮਾਤਰ ਦੇ ਜੀਵਨ ਦਾ ਆਧਾਰ ਹੁੰਦੀ ਆ। ਤੇ ਭਾਵੇਂ ਕਿ ਵੱਖ-ਵੱਖ ਸੂਬਿਆਂ, ਵੱਖ-ਵੱਖ ਖੇਤਰਾਂ ਦਾ ਜਿਹੜਾ ਭੂਗੋਲਿਕ ਸਥਿਤੀ ਹੈ ਉਹ ਵੱਖ-ਵੱਖ ਹੈ, ਉੱਥੋਂ ਦੇ ਅਕੀਦੇ ਵੀ ਵੱਖ-ਵੱਖ ਆ, ਸੱਭਿਆਚਾਰ, ਖਾਣ ਪਹਿਨਣ, ਰਸਮੋ ਰਿਵਾਜ ਵੱਖ-ਵੱਖ ਨੇ, ਪਰ ਆਰਥਿਕਤਾ ਦਾ ਮੁੱਦਾ ਕੇਵਲ ਤੇ ਕੇਵਲ ਇੱਕ ਹੀ ਹੈ। ਸੋ ਉਹ ਬੇਸ ਬਣਿਆ, ਆਧਾਰ ਬਣਿਆ, ਤੇ ਸਮੁੱਚੇ ਭਾਰਤ ਦੀ ਇੱਕ ਕੈਟੇਗਰੀ, ਜਿਹਨੂੰ ਅਸੀਂ ਕਿਸਾਨ, ਕਿਰਤੀ, ਮਜ਼ਦੂਰ ਕਹਿੰਦੇ ਹਾਂ, ਉਹ ਇਸ ਪਲੇਟਫਾਰਮ ਤੇ ਇਕੱਠੀ ਹੋ ਗਈ। ਪਰ ਜੇ ਅਸੀਂ ਉਹਨੂੰ ਇੱਕ ਗੁਰਮਤਿ ਦੇ ਨਜ਼ਰੀਏ ਤੋਂ ਦੇਖੀਏ ਤਾਂ ਵੱਖ-ਵੱਖ ਪ੍ਰਾਂਤਾਂ, ਵੱਖ-ਵੱਖ ਸੂਬਿਆਂ ਦੇ ਲੋਕ ਜਿਹੜੇ ਹੈਗੇ ਆ, ਭਾਵੇਂ ਕਿ ਸਮੱਸਿਆ ਆਰਥਿਕਤਾ ਉਹ ਲੈ ਕੇ ਆਏ ਨੇ, ਅਕੀਦੇ ਵੀ ਵੱਖ-ਵੱਖ ਨੇ, ਪਰ ਜਿਸ ਤਰੀਕੇ ਦੇ ਨਾਲ ਉਹ ਇੱਕ ਵਿਚਾਰਧਾਰਾ ਦੇ ਹੇਠ ਅੱਜ ਵਿਚਰ ਰਹੇ ਨੇ, ਉਹ ਹੈ ਕੇਵਲ ਤੇ ਕੇਵਲ ਗੁਰਮਤਿ ਵਿਚਾਰਧਾਰਾ, ਗੁਰਮਤਿ ਸਿਧਾਂਤ। ਸੋ ਪਹਿਲਾਂ ਆਪਾਂ ਕਿਰਤ ਦੀ ਗੱਲ ਕਰੀਏ। ਕੁਝ ਇੱਕ ਦੇ ਸਵਾਲ ਸੀ ਕਿ ਅਸਲ 'ਚ ਕਿਰਤ ਦਾ ਅਰਥ ਕੀ ਹੈ। ਜੇ ਆਪਾਂ ਕਿਰਤ ਦਾ ਸੰਧੀ ਵਿਛੇਦ ਕਰਦੇ ਹਾਂ ਤਾਂ ਇਹ ਬਣਦਾ ਕਿ ਪੱਕੇ ਨੂੰ ਸਿਹਾਰੀ ਪਲੱਸ ਰਤ, ਕਿ ਜਿਹੜੀ ਤੁਹਾਡੀ ਰਤ ਦੀ ਕਿਰਿਆਸ਼ੀਲਤਾ ਦੇ ਵਿੱਚੋਂ, ਰਤ ਖੂਨ, ਲਹੂ, ਬੋਡੀ ਦੇ ਵਿੱਚ ਜਿਹਦੀ ਸਰਕੂਲੇਸ਼ਨ ਹੁੰਦੀ ਹੈ, ਕਿਰਤ ਨੂੰ ਅਸੀਂ ਸਧਾਰਨ ਨਾ ਲਈਏ। ਇਹਦੇ ਵਿੱਚ ਬਹੁਤ ਵਿਗਿਆਨਕ ਤੱਥ ਛੁਪੇ ਹੋਏ ਨੇ, ਜਿਹਨੂੰ ਐਕਸਪਲੇਨ ਕਰਦਿਆਂ ਮੇਰਾ ਖਿਆਲ ਘੱਟੋ ਘੱਟ ਇੱਕ ਕਿਤਾਬ ਲਿਖੀ ਜਾ ਸਕਦੀ ਹੈ, ਜਿੱਥੋਂ ਤੱਕ ਮੈਂ ਇਹਦਾ ਅਧਿਐਨ ਕੀਤਾ। ਸੋ ਇੱਥੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਇਹਨੂੰ ਵਿਚਾਰਾਂਗੇ ਕਿ ਪਲੱਸ ਰਤ, ਕਿ ਰਤ ਦੀ ਕਿਰਿਆਸ਼ੀਲਤਾ ਦੇ ਵਿੱਚੋਂ ਜਿਹੜਾ ਤੁਸੀਂ ਉਪਜੀਵਕਾ ਕਮਾਈ, ਉਹ ਕਿਰਤ ਦੀ ਕੈਟੇਗਰੀ 'ਚ ਹੁੰਦੀ ਹੈ। ਸੋ ਗੁਰਬਾਣੀ ਨੇ ਜਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ, ਉਹਨਾਂ ਨੇ ਕਿਰਤ ਦੇ ਸੰਕਲਪ ਨੂੰ ਹੀ ਕਿਉਂ ਦ੍ਰਿੜਾਇਆ। ਇਸ ਤੋਂ ਵੀ ਅੱਗੇ
ਗੁਰੂ ਨਾਨਕ ਪਾਤਸ਼ਾਹ ਨੇ ਖੁਦ ਕਿਰਤ ਕਰਕੇ ਦੱਸਿਆ ਵੀ ਕਿਰਤ ਕਰਨੀ ਕਿਵੇਂ ਹੈ, ਕਿਰਤ ਦਾ ਮਹੱਤਵ ਕੀ ਹੈ। ਕਿਰਤ ਦਾ ਮਹੱਤਵ ਕੇਵਲ ਤੇ ਕੇਵਲ ਤੁਹਾਡੀ ਉਪਜੀਵਕਾ ਹੀ ਨਹੀਂ ਹੈ ਕਿ ਤੁਸੀਂ ਕੋਈ ਕਾਰਜ ਕੀਤਾ, ਇਵਜ਼ ਦੇ ਵਿੱਚ ਤੁਹਾਨੂੰ ਕੁਛ ਮਾਇਆ ਮਿਲੀ, ਪੈਸਾ ਮਿਲਿਆ, ਉਹਦੇ ਨਾਲ ਤੁਸੀਂ ਆਪਣੀਆਂ ਜਿਹੜੀਆਂ ਨਿਤਾ ਪ੍ਰਤੀ ਦੀਆਂ ਲੋੜਾਂ ਹੈਗੀਆਂ ਉਹਨਾਂ ਦੀ ਪੂਰਤੀ ਕੀਤੀ, ਦੈਟਸ ਆਲ। ਪਰ ਇੱਥੇ ਹੀ ਇਹਦਾ ਸੰਕਲਨ ਖਤਮ ਨਹੀਂ ਹੋ ਜਾਂਦਾ। ਜਿਵੇਂ ਸੰਧੀ ਵਿਛੇਦ ਦੇ ਵਿੱਚੋਂ ਇਹ ਸਪਸ਼ਟ ਹੁੰਦਾ ਹੈ ਕਿ ਰਤ ਦੀ ਕਿਰਿਆਸ਼ੀਲਤਾ ਦੇ ਨਾਲ ਜੋ ਅਸੀਂ ਉਪਜੀਵਕਾ ਕਮਾਉਂਦੇ ਉਹ ਕਿਰਤ ਦੀ ਕੈਟੇਗਰੀ 'ਚ ਆਉਂਦਾ ਹੈ। ਹੁਣ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਵਪਾਰੀ ਉਹ 10 ਗੁਣਾ ਜ਼ਿਆਦਾ ਮੁਨਾਫਾ ਲੈ ਕੇ ਬਿਲਕੁਲ ਵਿਹਲਾ ਬੈਠ ਕੇ, ਗੱਦੀਆਂ 'ਤੇ ਬੈਠ ਕੇ, ਏਅਰ ਕੰਡੀਸ਼ਨ ਰੂਮ 'ਚ ਬੈਠ ਕੇ, ਔਰ ਫਿਜ਼ੀਕਲੀ ਉਹਦਾ ਕੋਈ ਉਹਦੇ 'ਤੇ ਜਿਹੜਾ ਕਿਰਿਆ ਨਹੀਂ ਹੋਈ, ਉਹਦੀ ਰੱਤ ਦੀ ਕਿਰਿਆ ਕੋਈ ਨਹੀਂ ਹੋਈ, ਕਿ ਰੱਤ ਨਹੀਂ ਹੋਈ, ਸਿਰਫ ਉਹਦੇ ਦਿਮਾਗ ਦੀ ਚਲਾਕੀ, ਉਹਦੇ ਦਿਮਾਗ ਦੀ ਚਲਾਕੀ ਦੀ ਉਪਜ ਜਿਸ ਨੇ 10 ਗੁਣਾ, ਸਰਲ ਭਾਸ਼ਾ 'ਚ ਜੇ ਮੈਂ ਦੱਸਾਂ ਤਾਂ 1 ਰੁਪਏ ਦੀ ਚੀਜ਼ ਨੂੰ ਅੱਗੇ 10 ਰੁਪਏ ਦੀ ਕਰਕੇ ਵੇਚ ਦਿੱਤਾ। ਓਕੇ, ਪਲੱਸ ਰਤ ਕਿਰਤ ਦੀ ਕੈਟੇਗਰੀ 'ਚ ਨਹੀਂ ਆਉਂਦਾ ਮੇਰੇ ਹਿਸਾਬ ਨਾਲ, ਮੇਰਾ ਆਪਣਾ ਜਿਹੜਾ ਓਪੀਨੀਅਨ ਹੈ। ਹੋ ਸਕਦਾ ਵਿਦਵਾਨ ਲੋਕ ਇਸ ਨੂੰ ਮਨਜ਼ੂਰ ਨਾ ਕਰਨ, ਪਰ ਮੈਂ ਪਹਿਲਾਂ ਹੀ ਅਰਜ਼ ਕੀਤੀ ਕਿ ਗੁਰਮਤ ਵਿਚਾਰਧਾਰਾ ਦੇ ਨਾਲ ਜੇਕਰ ਅਸੀਂ ਇਸ ਨੂੰ ਲਵਾਂਗੇ ਤਾਂ ਮੇਰਾ ਖਿਆਲ ਹੈ ਕਿ ਕਿਰਤ ਦੇ ਇਹ ਅਰਥ ਬਣਦੇ ਨੇ। ਸੋ ਕਿਰਤ ਦੀ ਕੈਟੇਗਰੀ ਦੇ ਵਿੱਚ ਕਿਹਨੂੰ ਰੱਖਿਆ, ਉਹ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਉੱਤਮ ਖੇਤੀ ਮੱਧਮ ਵਪਾਰ ਨਿਖਿੱਧ ਚਾਕਰੀ। ਭਾਵ ਕਿ ਜਿਹੜੀ ਖੇਤੀਬਾੜੀ, ਦੇਖੋ ਉਹਨਾਂ ਨੇ ਖੁਦ ਹਲ ਵਾਹਿਆ, ਖੇਤੀਬਾੜੀ ਕੀਤੀ, ਉਹਦੀ ਉੱਤਮਤਾ ਦਰਸਾਉਣ ਦੇ ਵਾਸਤੇ ਕਿ ਉੱਤਮ ਕਿਵੇਂ ਆ ਉਹ। ਜਦੋਂ ਇੱਕ ਕਿਸਾਨ ਜਿਹੜਾ ਹੈਗਾ ਉਹ ਆਪਣੇ ਖੇਤ ਦੇ ਵਿੱਚ ਜਾਂਦਾ, ਜ਼ਮੀਨ ਦੇ ਵਿੱਚ ਉਹਨੂੰ ਖੋਦਦਾ ਹੈ, ਉਹਨੂੰ ਕਲਟੀਵੇਟ ਕਰਦਾ ਹੈ, ਉਹਨੂੰ ਪਾਣੀ ਲਗਾਉਂਦਾ ਹੈ, ਔਰ ਜਿਹੜੀ ਹੈਗੀ ਆ ਤਿਆਰ ਕਰਦਾ ਇੱਕ ਫਸਲ ਬੀਜਣ ਦੇ ਵਾਸਤੇ। ਫਿਰ ਉਹ ਉਦੋਂ ਤੋਂ ਲੈ ਕੇ ਫਿਰ ਜਿਹੜੀ ਫਸਲ ਉਹਨੇ ਬੀਜਣੀ ਆ ਉਸ ਦਾ ਬੀਜ, ਉਹਨੂੰ ਸੋਧਣਾ, ਉਹਨੂੰ ਤਿਆਰ ਕਰਨਾ, ਔਰ ਫਿਰ ਉਹਨੂੰ ਖੇਤਾਂ ਤੱਕ ਲੈ ਕੇ ਜਾਣਾ ਅਤੇ ਬੀਜਣਾ। ਬੜੀ ਲੰਬਾ ਪ੍ਰੋਸੈਸ ਆ, ਬੜੀ ਲੰਬੀ ਪ੍ਰਕਿਰਿਆ ਦੇ ਵਿੱਚੋਂ ਨਿਕਲਦੀ ਆ। ਇਸ ਸਾਰੇ ਪ੍ਰੋਸੈਸ ਦੇ ਦੌਰਾਨ ਉਹਦੀ ਬਾਡੀ ਦੀ ਐਕਟੀਵਿਟੀ, ਉਹਦੇ ਦਿਮਾਗ ਦੀ ਐਕਟੀਵਿਟੀ, ਖਾਸ ਕਰ ਬਾਡੀ ਦੀ, ਉਹਦੇ ਰਕਤ ਦੀ ਜੋ ਕਿਰਿਆਸ਼ੀਲਤਾ ਹੁੰਦੀ ਆ, ਉਹਦੇ ਨਾਲ ਜਿੱਥੇ ਤਾਂ ਉਹ ਆਪਣੀ ਜੀਵਕਾ ਦੇ ਲਈ ਜਿਹੜਾ ਉਹ ਕਾਰਜਸ਼ੀਲ ਹੁੰਦਾ ਹੈ, ਉੱਥੇ ਨਾਲ ਸਾਰਾ ਕੁਝ ਕਰਦੇ ਉਹਦਾ ਜਿਹੜਾ ਸਰੀਰ ਹੈ, ਉਹਦਾ ਪੂਰੀ ਬਾਡੀ ਉਹਦੀ ਸਰਕੂਲੇਸ਼ਨ ਦੇ ਵਿੱਚ ਹੁੰਦੀ ਉਸ ਵੇਲੇ, ਚਾਹੇ ਉਹ ਕਹੀ ਦੇ ਨਾਲ ਆੜ ਬਣਾ ਰਿਹਾ, ਖਾਲ ਖੋਦ ਰਿਹਾ, ਚਾਹੇ ਉਹ ਜ਼ਮੀਨ ਪੱਧਰੀ ਕਰ ਰਿਹਾ, ਇਹ ਸਾਰੀ ਉਹਦੀ ਬਾਡੀ ਦੀ ਕਿਰਿਆਸ਼ੀਲਤਾ, ਜਿਹੜੀ ਰਤ ਦੀ ਜਿਹੜੀ ਕਿਰਿਆਸ਼ੀਲਤਾ, ਕਿਰਤ ਬਣ ਗਈ। ਇਸ ਕਰਕੇ ਉਹਨੂੰ ਉੱਤਮ ਦੱਸਿਆ ਕਿ ਖੇਤੀ ਜਿੱਥੇ ਤੁਹਾਨੂੰ ਪਾਲਦੀ ਆ, ਉਪਜੀਵਕਾ ਦਿੰਦੀ ਆ, ਤੁਹਾਡੇ ਨਾਲ ਹੋਰ ਬਹੁਤ ਲੋਕਾਂ ਨੂੰ ਇਹ ਖਾਦ ਖੁਰਾਕ ਦਿੰਦੀ ਆ, ਉੱਥੇ ਨਾਲ ਤੁਹਾਡੇ ਸਰੀਰ ਨੂੰ, ਤੁਹਾਡੀ ਬਾਡੀ ਨੂੰ ਤੰਦਰੁਸਤ ਰੱਖਦੀ ਆ। ਹੁਣ ਦੇਖੋ ਤੁਸੀਂ
ਕਲਟੀਵੇਟ ਕਰਦੇ ਜਾਂ ਜ਼ਮੀਨ ਖੋਦਦੇ, ਪੂਰਾ ਸਰੀਰ ਜਦੋਂ ਤੁਹਾਡਾ ਸਰਕੂਲੇਟ, ਇੱਕ ਇੱਕ ਅੰਗ ਜਿਹੜਾ ਤੁਹਾਡਾ ਉਹ ਕਿਰਿਆਸ਼ੀਲ ਹੁੰਦਾ, ਕਾਰਜਸ਼ੀਲ ਹੁੰਦਾ। ਕਈ ਚੁੱਕਦੇ ਤੁਹਾਡੇ ਮਸਲਜ਼ ਜਿਹੜੇ ਹੈਗੇ ਆ ਉਹ ਜਿਹੜੇ ਆ ਕਿਰਿਆ ਕਰ ਰਹੇ ਹੁੰਦੇ, ਕਾਰਜ ਕਰ ਰਹੇ ਹੁੰਦੇ ਆ, ਸਾਰੀ ਬਾਡੀ। ਸੋ ਹੁਣ ਵਾਕਿਆ ਇਹ ਕਿਰਤੀ ਨੇ। ਇੱਕ ਐਗਜ਼ਾਮਪਲ ਆਪਾਂ ਰਿਕਸ਼ੇ ਵਾਲੇ ਦੀ ਲੈ ਲੈਂਦੇ ਹਾਂ। ਰਿਕਸ਼ੇ ਵਾਲਾ ਜਦੋਂ ਰਿਕਸ਼ਾ ਚਲਾਉਂਦਾ, ਉਹ ਆਪਣੇ ਹਰ ਅੰਗ ਨੂੰ ਯੂਜ਼ ਕਰ ਰਿਹਾ ਹੁੰਦਾ, ਮਤਲਬ ਹੱਥਾਂ ਨੂੰ, ਪੈਰਾਂ ਨੂੰ, ਲੱਤਾਂ ਨੂੰ, ਬਾਹਾਂ ਨੂੰ, ਦਿਮਾਗ ਨੂੰ ਵੀ। ਸਾਰੀ ਬਾਡੀ ਦੀ ਖੂਨ ਦੀ ਸਰਕੂਲੇਸ਼ਨ ਹੁੰਦੀ, ਰਤ ਦੀ ਸਰਕੂਲੇਸ਼ਨ, ਸਾਰੀ ਬਾਡੀ ਦੀ ਰਤ ਕਿਰਿਆ ਕਰ ਰਹੀ ਹੁੰਦੀ ਹੈ। ਅਤੇ ਫਿਰ ਉਹ ਜਾ ਕੇ ਇੱਕ ਸਵਾਰੀ ਦੇ 20-25 ਰੁਪਏ ਲੈਂਦਾ ਕਿਲੋਮੀਟਰਾਂ ਦੇ ਹਿਸਾਬ ਨਾਲ। ਉਹਦੇ ਵਿੱਚ ਵੀ ਕਈ ਸਿਰਫਿਰੇ ਤਾਂ ਬਾਰਗੈਨਿੰਗ ਕਰਦੇ ਨੇ। ਜੇ ਰਿਕਸ਼ੇ ਵਾਲਾ 10 ਰੁਪਏ ਮੰਗ ਲੈਂਦਾ ਅਤੇ ਵਿੱਚੋਂ ਜ਼ਰੂਰ ਕਹਿਣਗੇ ਨਹੀਂ 5 ਰੁਪਏ ਦੇਣੇ, 8 ਰੁਪਏ ਦੇਣੇ। ਜਦ ਕਿ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ 100-100, 150-150, 200-200 ਰੁਪਏ ਟਿਪ ਦੇ ਕੇ ਆਪਣੀ ਸ਼ਾਨ ਸਮਝਦੇ ਨੇ। ਉਹਨਾਂ ਦੀ ਕਿਰਤ ਨਹੀਂ। ਹੁਣ ਵੇਖੋ, ਵੱਡੇ ਰੈਸਟੋਰੈਂਟ ਦੇ ਵਿੱਚ ਉੱਥੇ ਜਿਹੜਾ ਵੇਟਰ ਹੈਗਾ ਉਹਨੂੰ 100 ਰੁਪਇਆ ਟਿਪ ਦਿੱਤੀ ਔਰ ਆਪਣੀ ਸ਼ਾਨ ਸਮਝਦਾ। ਬਾਹਰ ਆ ਕੇ ਜਦੋਂ ਰਿਕਸ਼ਾ ਫੜਦਾ ਹੈ ਅਤੇ ਉਦੋਂ ਫਿਰ ਜੇ 10 ਰੁਪਏ ਰਿਕਸ਼ੇ ਵਾਲਾ ਮੰਗ ਲੈਂਦਾ ਨਾ, ਅਤੇ ਬੜਾ ਝਗੜਾ ਕਰਦਾ ਉਹਦੇ ਨਾਲ। ਇਹ ਉਹ ਲੋਕ ਹੁੰਦੇ ਨੇ ਜਿਹੜੇ ਕਿਰਤ ਦੀ ਮਹਾਨਤਾ ਨੂੰ ਨਹੀਂ ਜਾਣਦੇ, ਹਰਾਮਖੋਰੀ ਦੀ ਮਹਾਨਤਾ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ, ਇਹ ਹਰਾਮਖੋਰੀ ਦੀ ਕੈਟਾਗਰੀ 'ਚ ਆਉਂਦੇ ਨੇ। ਇਹੀ ਕਾਰਨ ਹੈ ਕਿ ਇੱਕ ਜਿਹੜਾ ਕਿਰਤੀ ਹੁੰਦਾ, ਉਹਦੀ ਰਹਿਣੀ ਸਹਿਣੀ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਕਾਰਪੋਰੇਟ ਜਾਂ ਇਹਨਾਂ ਵਪਾਰੀਆਂ ਦੇ ਰਹਿਣੀ ਸਹਿਣੀ ਨਾਲੋਂ। ਤੁਸੀਂ ਦੋਵਾਂ ਨੂੰ ਖੜੇ ਕਰਕੇ ਦੇਖ ਲਓ। ਇੱਕ ਪਾਸੇ ਕਿਰਤੀ ਨੂੰ, ਮਜ਼ਦੂਰ ਨੂੰ ਖੜਾ ਕਰ ਲਓ, ਉਹਦੇ ਵਿੱਚੋਂ ਤੁਹਾਨੂੰ ਵਾਈਬ੍ਰੇਸ਼ਨ ਜਿਹੜੀ ਬੜੀ ਪਵਿੱਤਰ ਆਏਗੀ। ਅਤੇ ਦੂਜੇ ਪਾਸੇ ਜਿਹੜਾ ਤੁਹਾਡੇ ਨਾਲ ਕਾਰਪੋਰੇਟ ਖੜਾ, ਜਾਂ ਕੋਈ ਰਾਜਨੀਤੀਵਾਨ ਖੜਾ, ਜਾਂ ਕੋਈ ਵੀ ਲਟੇਰਾ ਬੰਦਾ ਖੜਾ ਹੈ, ਉਹਦੇ ਵਿੱਚੋਂ ਤੁਹਾਨੂੰ ਬੜੀ ਬੇਚੈਨ ਕਰਨ ਵਾਲੀ ਜਿਹੜੀ ਉਹ ਵਾਈਬ੍ਰੇਸ਼ਨ ਆਏਗੀ। ਸੋ ਕਿਰਤ ਦਾ ਅਤੇ ਹਰਾਮਖੋਰਤਾ ਦਾ ਇਹ ਫਰਕ ਹੈ। ਹੁਣ ਆਪਾਂ ਗੱਲ ਕਰਦੇ ਵੀ ਇਸ ਵੇਲੇ ਜਿਹੜੀ ਜੰਗ ਛਿੜੀ ਹੋਈ ਆ, ਜਿਹੜੀ ਲੜਾਈ ਛਿੜੀ ਹੋਈ ਹੈ, ਉਹ ਦੋ ਵਿਚਾਰਧਾਰਾਵਾਂ ਦੇ ਵਿੱਚ। ਇੱਕ ਤਾਂ ਹੈਗੀ ਸੱਚੀ ਸੁੱਚੀ ਕਿਰਤੀ ਵਿਚਾਰਧਾਰਾ ਨਾਲ, ਦੂਸਰੀ ਜਿਹਨੂੰ ਚਾਹੇ ਤੁਸੀਂ ਕਾਰਪੋਰੇਟ ਕਹਿ ਲਓ, ਚਾਹੇ ਤੁਸੀਂ ਹਰਾਮਖੋਰ ਵਾਲੀ ਵਿਚਾਰਧਾਰਾ ਕਹਿ ਲਓ। ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਜਾ ਰਹੀ ਸੀ ਅਤੇ ਇੱਕ ਵੈਸੇ ਹੀ ਮੈਂ ਸੁਭਾਵਿਕ ਇੱਕ ਬੀਬੀ ਨੂੰ ਪੁੱਛ ਲਿਆ। ਮੈਂ ਕਿਹਾ ਵੀ ਕਿਸਾਨੀ ਅੰਦੋਲਨ ਦੇ ਬਾਰੇ ਕੀ ਖਿਆਲ ਆ। ਉੱਧੜ ਵੀ ਵਿਚਾਰੀ ਪੇਂਡੂ ਕਿਸਾਨ ਮਜ਼ਦੂਰ ਬੀਬੀ ਸੀ, ਕਿਉਂਕਿ ਹਰ ਕੋਈ ਭਰਿਆ ਪੀਤਾ ਪਿਆ ਜ਼ੁਲਮਾਂ ਤੋਂ, ਸਰਕਾਰਿਆਂ ਤੋਂ। ਇੱਕ ਬੜੀ ਹੈਰਾਨੀ ਵਾਲੀ ਗੱਲ ਦੱਸੀ। ਕਹਿੰਦੀ ਕਿ ਮੇਰਾ ਬੇਟਾ ਨਸ਼ਿਆਂ ਵਿੱਚ ਪੈ ਗਿਆ ਸੀਗਾ, ਘਰੋਂ ਮਤਲਬ ਪੈਸੇ ਲੈ ਜਾਣੇ, ਅਤੇ ਕੱਪੜੇ ਵੀ ਮਤਲਬ ਬੜੇ ਬ੍ਰਾਂਡਡ ਮੰਗਦਾ ਸੀਗਾ। ਪਰ ਕਹਿੰਦੇ ਮੈਨੂੰ ਬੜੀ ਹੈਰਾਨੀ ਹੋਈ ਵੀ ਪਰਸੋਂ ਮੇਰਾ ਬੇਟਾ ਮੈਨੂੰ ਕਹਿੰਦਾ ਮੰਮੀ ਕੋਈ ਪਾਪਾ ਦਾ ਕੋਈ ਮੇਰਾ ਕਹਿੰਦਾ ਕੋਈ ਕੁੜਤਾ ਪਜਾਮਾ ਪਿਆ ਇਹ ਪੁਰਾਣਾ ਕੋਈ ਕੁੜਤਾ ਪਜਾਮਾ ਪਿਆ। ਕਹਿੰਦੇ ਮੈਂ ਪੁੱਛਿਆ ਕਿਉਂ? ਕਹਿੰਦਾ ਮੈਂ ਕਿਸਾਨੀ ਧਰਨੇ 'ਚ ਜਾਣਾ ਉੱਥੇ, ਅਤੇ ਉਹ ਪਾ ਕੇ ਜਾਣਾ। ਕਹਿੰਦੇ ਮੈਂ ਕਿਹਾ ਬੇਟਾ ਤੂੰ ਤਾਂ ਕਦੇ ਕੁੜਤਾ ਪਜਾਮਾ ਪਾਇਆ ਹੀ ਨਹੀਂ ਸੀ, ਪਜਾਮਾ ਤੂੰ ਤਾਂ ਪਸੰਦ ਹੀ ਨਹੀਂ ਕਰਦਾ ਸੀ। ਕਹਿੰਦਾ ਕੋਈ ਪਾਪਾ ਦਾ ਹੈਗਾ ਉਹ ਦੇ ਦੇ, ਤਾਂ ਕਿ ਮੈਂ ਉੱਥੇ ਪੂਰਾ ਕਿਸਾਨ ਲੱਗਾ। ਇਹ ਵੀ ਚੇਂਜਸ ਆਉਣ ਲੱਗੀ ਹੈ ਸਾਡੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ। ਸੋ ਆਪਾਂ ਇਹਨੂੰ ਕੰਟੀਨਿਊ ਰੱਖਦੇ ਹਾਂ। ਓਕੇ।